everyone, in this video I'm going to make you understand how to solve list of headings. So let's begin. To solve list of headings, what we have to do is we have to read paragraphs, right? We don't have to read the list of headings, we have to start reading the paragraphs, and we don't need to read the entire paragraph. We just have to read the first 2 or 3 lines, understand them, and then come to the list of headings. So let's start. First paragraph, paragraph A. Today we do not generally associate feathers with the military in Europe, yet history shows that in fact feathers have played an intriguing role in European military clothing. ਇਸ ਲਾਈਨ ਦਾ ਕੀ ਮਤਲਬ ਹੈ ਕਿ ਅੱਜ ਦੇ ਟਾਈਮ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਅਸੀਂ ਫੈਦਰਸ ਨੂੰ ਮਿਲਟਰੀ ਦੇ ਨਾਲ ਐਸੋਸੀਏਟ ਨਹੀਂ ਕਰਦੇ ਐਸੋਸੀਏਟ, ਬਟ ਹਿਸਟਰੀ ਸਾਨੂੰ ਦਿਖਾਉਂਦੀ ਹੈ ਕਿ ਫੈਦਰਸ ਨੇ ਇੱਕ ਇੰਟਰੀਗਿੰਗ ਮੀਨਸ ਵੈਰੀ ਇੰਟਰਸਟਿੰਗ, ਫੈਦਰਸ ਦਾ ਇੱਕ ਬਹੁਤ ਹੀ ਇੰਟਰਸਟਿੰਗ ਰੋਲ ਰਿਹਾ ਸੀ। ਪਹਿਲਾਂ ਇਤਿਹਾਸ ਦਿਖਾਉਂਦਾ ਸਾਨੂੰ, ਪਹਿਲਾਂ ਫੈਦਰਸ ਦਾ ਬਹੁਤ ਇੰਟਰਸਟਿੰਗ ਰੋਲ ਰਿਹਾ ਸੀ ਯੂਰੋਪੀਅਨ ਮਿਲਟਰੀ ਕਲੋਥਿੰਗ ਵਿੱਚ। ਠੀਕ ਹੈ, ਅਤੇ ਅਸੀਂ ਮੋਟੀ ਗੱਲ ਕੀ ਸਮਝਣੀ ਹੈ ਕਿ ਕਲੋਥਿੰਗ ਦਾ ਲਿੰਕ ਕਿਹਦੇ ਨਾਲ ਹੈ? ਫੈਦਰਸ ਦੇ ਨਾਲ। ਠੀਕ ਹੈ, ਹੁਣ ਇਹਦੀ ਐਗਜ਼ਾਮਪਲ ਅਸੀਂ ਦੇਖਿਆ ਜਾਵੇ ਤਾਂ ਆਰਮੀ ਵਿੱਚ ਕਿੱਥੇ ਕਲੋਥਿੰਗ ਵਿੱਚ ਅਸੀਂ ਫੈਦਰਸ ਨੂੰ ਯੂਜ਼ ਕਰਦੇ ਹਾਂ। ਲੌਂਗ ਬਲੈਕ ਫੈਦਰਸ ਨੂੰ ਯੂਜ਼ ਕਰਦੇ ਹਾਂ ਹੈਟਸ ਵਿੱਚ, ਉਸ ਤੋਂ ਬਾਅਦ ਆਸਟ੍ਰਿਚ ਫੈਦਰਸ ਨੂੰ ਯੂਜ਼ ਕਰਦੇ ਹਾਂ ਹੈਡ ਗੇਅਰ ਵਿੱਚ। ਠੀਕ ਹੈ, ਕਰਦੇ ਸੀ ਓਕੇ ਹਿਸਟਰੀ ਵਿੱਚ। ਇਹ ਐਗਜ਼ਾਮਪਲਸ ਹੋ ਗਈਆਂ। ਉਸ ਤੋਂ ਬਾਅਦ ਨੈਕਸਟ ਲਾਈਨ, ਹਿਸਟੋਰੀਕਲੀ ਫੈਦਰਸ ਵਰ ਐਨ ਇਨਕ੍ਰੈਡੀਬਲੀ ਐਕਸਪ੍ਰੈਸਿਵ ਐਕਸੈਸਰੀ ਫॉर ਮੈਨ। ਆਦਮੀਆਂ ਲਈ ਇਹਨੂੰ ਐਜ਼ ਐਨ ਐਕਸੈਸਰੀ ਯੂਜ਼ ਕੀਤਾ ਜਾਂਦਾ ਸੀ। ਐਕਸੈਸਰੀ ਮੀਨਸ ਐਨੀ ਮੈਚਿੰਗ ਆਈਟਮ ਵਿਦ ਦ ਪੀਸ ਆਫ ਕਲੋਥਿੰਗ। ਕੋਈ ਵੀ ਪਰਸ ਹੋ ਸਕਦਾ ਹੈ, ਜਵੈਲਰੀ ਹੋ ਸਕਦੀ ਹੈ, ਬੈਗ ਹੋ ਸਕਦੀ ਹੈ। ਅਤੇ ਇੱਥੇ ਅਸੀਂ ਕਿਹਨੂੰ ਯੂਜ਼ ਕਰਦੇ ਸੀ? ਫੈਦਰਸ ਨੂੰ। ਔਰ ਕੌਣ ਯੂਜ਼ ਕਰਦਾ ਸੀ? ਕਿਹਦੇ ਲਈ ਯੂਜ਼ ਕੀਤਾ ਜਾਂਦਾ ਸੀ? ਆਦਮੀਆਂ ਲਈ, ਰਾਈਟ। ਪਰਟੀਕੂਲਰਲੀ ਆਦਮੀ ਦਿੱਤੇ ਹੋਏ ਆ। ਆਦਮੀਆਂ ਲਈ ਉਹਨੂੰ ਇਨਕ੍ਰੈਡੀਬਲੀ ਮੀਨਸ ਬਹੁਤ ਵਧੀਆ। ਫੈਦਰਸ ਨੂੰ ਇੱਕ ਬਹੁਤ ਵਧੀਆ ਐਕਸਪ੍ਰੈਸ ਕਰਨ ਵਾਲੀ ਐਕਸੈਸਰੀ ਦੇ ਰੂਪ ਵਿੱਚ ਇਸਤੇਮਾਲ ਕੀਤਾ ਜਾਂਦਾ ਸੀ। ਕਿਹਦੇ ਲਈ? ਆਦਮੀਆਂ ਲਈ। observes Cambridge historian professor Alinka Rubalk, right? ਤੇ ਇਹ ਪ੍ਰੋਫੈਸਰ ਦੇ ਬਾਰੇ ਹੀ ਸਾਰਾ ਕੁਝ ਹੈ। ਇਹ ਪ੍ਰੋਫੈਸਰ ਨੇ ਸਾਰਾ ਆਰਟੀਕਲ ਲਿਖਿਆ ਹੋਇਆ। ਠੀਕ ਹੈ, ਤੇ ਪ੍ਰੋਫੈਸਰ ਦੇ ਬਾਰੇ ਇਹ ਪ੍ਰੋਫੈਸਰ ਕਹਿ ਰਿਹਾ। ਠੀਕ ਹੈ, ਪ੍ਰੋਫੈਸਰ ਨੇ ਇਹ ਅਬਜ਼ਰਵ ਕੀਤੀ ਹੈ ਇਹ ਚੀਜ਼। ਠੀਕ ਹੈ, nobody has reality looked at why this was the case, rarely looked at why this was case। ਅਤੇ ਕਿਸੇ ਨੇ ਵੀ ਇਹ ਨਹੀਂ ਦੇਖਿਆ ਕਿ ਇਹ ਇੱਦਾਂ ਕਿਉਂ ਯੂਜ਼ ਕੀਤਾ ਜਾਂਦਾ ਸੀ। ਦੈਟਸ ਅ ਸਟੋਰੀ ਦੈਟ ਆਈ ਵਾਂਟ ਟੂ ਟੈਲ। ਔਰ ਇਹੀ ਸਟੋਰੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ। ਕੌਣ ਦੱਸਣਾ ਚਾਹੁੰਦਾ? ਰੁਬੈਲਕ, ਰਾਈਟ। ਸੋ ਇੰਨਾ ਸਾਨੂੰ ਪਤਾ ਚੱਲ ਗਿਆ ਕਿ ਐਜ਼ ਮਿਲਟਰੀ ਕਲੋਥਿੰਗ ਵਿੱਚ ਇਸਤੇਮਾਲ ਕੀਤਾ ਜਾਂਦਾ ਸੀਗਾ ਫੈਦਰਸ ਨੂੰ, ਅਤੇ ਆਦਮੀਆਂ ਲਈ ਉਹਨੂੰ ਐਜ਼ ਐਨ ਐਕਸੈਸਰੀ ਯੂਜ਼ ਕੀਤਾ ਜਾਂਦਾ ਸੀ ਫੈਦਰਸ ਨੂੰ, ਔਰ ਬਹੁਤ ਹੀ ਵਧੀਆ ਐਕਸੈਸਰੀ ਸਮਝਿਆ ਜਾਂਦਾ ਸੀਗਾ। ਠੀਕ ਹੈ, 2 ਗੱਲਾਂ ਸਾਨੂੰ ਪਤਾ ਚੱਲ ਗਈਆਂ ਇਹਦੇ ਵਿੱਚ। ਹੁਣ ਅਸੀਂ ਯਾਦ ਰੱਖਣੀਆਂ ਜਦੋਂ ਅਸੀਂ ਲਿਸਟ ਆਫ ਹੈਡਿੰਗਸ ਪੜ੍ਹਾਂਗੇ। The link between feathers and a wider international awareness ਦੀ ਕੋਈ ਗੱਲ ਨਹੀਂ ਕੀਤੀ ਗਈ ਉੱਥੇ। ਠੀਕ ਹੈ, ਅਨਸੂਟੇਬਲ ਡੈਕੋਰੇਸ਼ਨ ਤਾਂ ਨਹੀਂ ਸੀਗੀ, ਉਹ ਇੱਕ ਬਹੁਤ ਹੀ ਵਧੀਆ, ਉਹਨੂੰ ਅਸੀਂ ਐਕਸੈਸਰੀ ਦੇ ਰੂਪ ਵਿੱਚ ਇਸਤੇਮਾਲ ਕਰਦੇ ਸੀ, ਉਹ ਵੀ ਆਦਮੀਆਂ ਦੇ ਲਈ। ਠੀਕ ਹੈ, ਅ ਸਿਗਨੀਫਿਕੈਂਟ ਰਾਈਜ਼ ਇਨ ਦਾ ਪੋਪੂਲੈਰਿਟੀ ਆਫ ਫੈਦਰਸ ਨਹੀਂ, ਹਾਲੇ ਤਾਂ ਅਸੀਂ ਇਤਿਹਾਸ ਦੀ ਗੱਲ ਕਰ ਰਹੇ ਹਾਂ ਕਿ ਤਦੋਂ ਫੈਦਰਸ ਦਾ ਇਸਤੇਮਾਲ ਹੁੰਦਾ ਸੀ। ਗਰੋਇੰਗ ਡਿਸਅਪਰੂਵਲ ਫॉर ਦ ਟ੍ਰੈਪਿੰਗ ਆਫ ਬਰਡਸ ਦੀ ਤਾਂ ਗੱਲ ਹੀ ਨਹੀਂ ਹੋਈ। ਅ ਨਿਊ ਅਪਰੋਚ ਟੂ ਰਿਸਰਚਿੰਗ ਦਾ ਪਾਸਟ, ਰਿਸਰਚ ਨਹੀਂ ਕੀਤਾ ਜਾ ਰਿਹਾ ਪਾਸਟ ਨੂੰ, ਔਰ ਨਿਊ ਅਪਰੋਚ ਨਹੀਂ ਆ ਰਹੀ, ਕੋਈ ਵੀ ਨਵੀਂ ਚੀਜ਼ ਨਹੀਂ ਆ ਰਹੀ ਸਾਡੇ ਸਾਹਮਣੇ। feathers as protection and us as a symbol of sophistication, ਨਹੀਂ, feathers as a protection ਤਾਂ ਨਹੀਂ ਸੀ, as an accessory use ਜ਼ਰੂਰ ਹੋ ਰਹੀ ਸੀਗੀ। ਠੀਕ ਹੈ, an interesting relationship between the wearing of feathers and gender। ਹੁਣ ਜੈਂਡਰ ਆ ਗਿਆ ਨਾ, ਇਹੀ ਸਾਡਾ ਉਹ ਹੁੰਦਾ ਰੀਡਿੰਗ ਦਾ। ਸਾਡੇ ਸਿਨੋਨਿਮਸ ਜਦੋਂ ਅਸੀਂ ਦੇਖ ਲੈਂਦੇ ਨਾ, ਸਿਨੋਨਿਮਸ ਵੱਲ ਧਿਆਨ ਦੇ ਦਿੰਦੇ। ਹੁਣ ਜੈਂਡਰ ਦਾ ਮਤਲਬ ਇਹੀ ਹੁੰਦਾ ਨਾ, ਜੈਂਡਰ ਦਾ ਮਤਲਬ ਹੁੰਦਾ ਮੇਲ ਫੀਮੇਲ, ਰਾਈਟ, ਮੈਨ ਵਿਮਨ, ਰਾਈਟ। ਉੱਥੇ ਮੈਨ ਆ ਗਿਆ ਅਤੇ ਮੈਨ ਦੇ ਨਾਲ ਜੈਂਡਰ ਦੇ ਨਾਲ ਰਿਲੇਸ਼ਨਸ਼ਿਪ ਆ ਗਿਆ ਕਿਸ ਚੀਜ਼ ਦਾ? ਫੈਦਰਸ ਦਾ, ਰਾਈਟ। ਬਿਟਵੀਨ ਦ ਵੇਅਰਿੰਗ ਆਫ ਫੈਦਰਸ ਐਂਡ ਜੈਂਡਰ, ਰਾਈਟ। ਇਸ ਕਰਕੇ ਇਹ ਵਾਲੀ ਆਪਸ਼ਨ ਸਾਡੀ ਕਰੈਕਟ ਆਪਸ਼ਨ ਹੈ। ਹੋਰ ਤਾਂ ਕੋਈ ਮੈਚ ਕਰ ਹੀ ਨਹੀਂ ਰਹੀ ਸਾਡੀ। right? A reason for the continued use of feathers by soldiers. Soldiers ਉਹਨੂੰ use ਕਰਦੇ ਗਏ ਨਹੀਂ, ਅਸੀਂ ਤਾਂ
ਹਿਸਟਰੀ ਬਾਰੇ ਗੱਲ ਕਰ ਰਹੇ ਹਾਂ, ਠੀਕ ਹੈ। ਹਾਲੇ ਅਸੀਂ ਉਹ ਨਹੀਂ ਦੱਸਿਆ ਕਿ ਵੀ ਬਾਕੀ ਸਾਰਿਆਂ ਨੇ ਯੂਜ਼ ਕਰਨਾ ਬੰਦ ਕਰ ਦਿੱਤਾ ਬਟ ਸੋਲਜਰਸ ਯੂਜ਼ ਕਰ ਰਹੇ, ਨਹੀਂ ਇਹ ਨਹੀਂ ਗੱਲ ਕੀਤੀ ਅਸੀਂ, ਠੀਕ ਹੈ। ਤੇ ਫਿਰ ਇਹਦੇ ਵਿੱਚ ਸਭ ਤੋਂ ਜ਼ਿਆਦਾ ਮੈਚਿੰਗ ਤਾਂ ਇਹ ਵਾਲਾ ਹੋ ਗਿਆ ਨਾ, ਜੈਂਡਰ ਦੇ ਕਰਕੇ, ਔਰ ਰਿਲੇਸ਼ਨਸ਼ਿਪ ਹੋ ਗਿਆ, ਰਿਲੇਸ਼ਨਸ਼ਿਪ ਬਿਟਵੀਨ ਦ ਵੇਅਰਿੰਗ ਆਫ ਫੈਦਰਸ ਐਂਡ ਜੈਂਡਰ, ਮੀਨਸ ਉੱਥੇ ਫੈਦਰਸ ਵੀ ਦੱਸਿਆ, ਜੈਂਡਰ ਵੀ ਦੱਸਿਆ, ਰਿਲੇਸ਼ਨਸ਼ਿਪ ਕੀ ਲਾਈਨ ਦੱਸੀ ਸੀਗੀ ਉੱਥੇ ਦੱਸਿਆ ਸੀਗਾ ਕਿ ਉਹਨੂੰ ਐਜ਼ ਐਨ ਐਕਸੈਸਰੀ ਯੂਜ਼ ਕਰਦੇ ਸੀਗੇ, ਔਰ ਬਹੁਤ ਵਧੀਆ ਉਹਨੂੰ ਐਕਸਪ੍ਰੈਸਿਵ ਐਕਸੈਸਰੀ ਸਮਝਿਆ ਜਾਂਦਾ ਸੀਗਾ, ਔਰ ਕਿਹਦੇ ਲਈ ਇਸਤੇਮਾਲ ਹੁੰਦਾ ਸੀਗਾ, ਆਦਮੀਆਂ ਲਈ। ਸੋ ਦਿਸ ਇਜ਼ ਦ ਕਰੈਕਟ ਆਪਸ਼ਨ। I hope you have understood that. 7th is the correct option for section A. B paragraph. Rabelais has spotted that something unusual started to happen with feathers during the 16th century. In 1500 they were barely worn at all in Europe. 100 years later they had become an indispensable accessory for the fashionable European man. ਹੁਣ ਇੱਥੇ ਆ ਕੇ ਅਸੀਂ ਕਨਫਿਊਜ਼ ਹੋ ਸਕਦੇ ਹਾਂ ਕਿ ਬਈ ਜਿਹੜੀ ਅਸੀਂ ਉੱਪਰਲੀ ਆਪਸ਼ਨ ਦੇ ਉੱਪਰਲੀ ਅਸੀਂ ਹੈਡਿੰਗ ਦਿੱਤੀ ਹੈ, ਪੈਰਾਗ੍ਰਾਫ A ਨੂੰ ਹੈਡਿੰਗ ਦਿੱਤੀ ਹੈ ਜੈਂਡਰ ਨੂੰ ਲੈ ਕੇ ਕਿ ਰਿਲੇਸ਼ਨਸ਼ਿਪ ਆਫ ਫੈਦਰ ਵਿਦ ਜੈਂਡਰ, ਤੇ ਫਿਰ ਉਹ ਆਪਸ਼ਨ ਇੱਥੇ ਨਹੀਂ ਆਏਗੀ। ਇੱਥੇ ਵੀ ਤਾਂ ਮੈਨ ਹੈ, ਇੱਥੇ ਵੀ ਤਾਂ ਫੈਦਰ ਹੈ, ਠੀਕ ਹੈ। ਬਟ ਗੱਲ ਇਹ ਹੈ ਕਿ ਅਸੀਂ ਕਨਫਿਊਜ਼ ਨਹੀਂ ਹੋਣਾ, ਕਿਉਂਕਿ ਅਸੀਂ ਯਾਦ ਕਰੀਏ ਕਿ ਅਸੀਂ ਉੱਪਰਲੀ ਜਿਹੜੀ ਹੈਡਿੰਗ ਦਿੱਤੀ ਸੀਗੀ ਪੈਰਾਗ੍ਰਾਫ A ਨੂੰ, ਉਹੀ ਮੈਚ ਕਰਦੀ ਸੀ, ਹੋਰ ਕੋਈ ਹੈਡਿੰਗ ਮੈਚ ਹੀ ਨਹੀਂ ਕਰਦੀ ਸੀਗੀ। ਇਸ ਕਰਕੇ ਇਹ ਦਿੱਤਾ ਉਹਨਾਂ ਨੇ ਕਨਫਿਊਜ਼ ਕਰਨ ਲਈ ਹੈ ਸਾਨੂੰ, ਠੀਕ ਹੈ, ਸਾਨੂੰ ਉਲਝਾਉਣ ਲਈ, ਤਾਂ ਕਿ ਅਸੀਂ ਇੱਥੇ ਅਟਕ ਜਾਈਏ, ਅਸੀਂ ਸੋਚਣ ਲੱਗ ਜਾਈਏ, ਫਿਰ ਅਸੀਂ ਕਨਫਿਊਜ਼ ਹੋ ਕੇ ਸਾਡਾ ਦਿਮਾਗ ਹੈ ਜਿਹੜਾ ਉਹ ਰਿਲੈਕਸਡ ਨਾ ਰਹੇ, ਠੀਕ ਹੈ, ਅਤੇ ਅਸੀਂ ਗਲਤ ਕਰ ਜਾਈਏ। ਅਤੇ ਫਿਰ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਸਮਝਣਾ ਹੈ, ਅਸੀਂ ਕਨਫਿਊਜ਼ ਨਹੀਂ ਹੋਣਾ, ਅਸੀਂ ਅੱਗੇ ਚੱਲਣਾ, ਠੀਕ ਹੈ। ਚਲੋ ਇਹ ਹੁਣ ਕਹਿ ਕੀ ਰਿਹਾ, ਰਬਲੈਕ ਕਹਿ ਰਿਹਾ ਕਿ ਬਹੁਤ ਹੀ ਅਨਯੂਜੂਅਲ ਚੀਜ਼ ਹੋਈ, ਰਾਈਟ, ਹੋਣੀ ਸ਼ੁਰੂ ਹੋਈ ਫੈਦਰਸ ਦੇ ਨਾਲ ਰਿਲੇਟਿਡ। ਕੀ ਹੋਇਆ ਕਿ 1500 ਵਿੱਚ ਤਾਂ ਫੈਦਰਸ ਯੂਜ਼ ਹੀ ਨਹੀਂ ਕੀਤੇ ਜਾਂਦੇ ਸੀਗੇ, ਬਟ 100 ਈਅਰਸ ਲੇਟਰ ਕੀ ਹੋਇਆ, ਉਹ ਇੱਕ ਇੰਡਿਸਪੈਂਸਿਬਲ ਐਕਸੈਸਰੀ ਬਣ ਗਏ। ਇੰਡਿਸਪੈਂਸਿਬਲ ਜਿਹਨੂੰ ਸੈਪਰੇਟ ਨਾ ਕੀਤਾ ਜਾਵੇ, ਮਤਲਬ ਐਕਸੈਸਰੀ ਜਿਹਦੇ ਵਿੱਚ ਫੈਦਰਸ ਦਾ ਯੂਜ਼ ਹੁੰਦਾ ਹੀ ਹੁੰਦਾ ਸੀਗਾ, ਔਰ ਕੌਣ ਯੂਜ਼ ਕਰਦਾ ਸੀਗਾ, ਫੈਸ਼ਨੇਬਲ ਯੂਰੋਪੀਅਨ ਮੈਨ, ਠੀਕ ਹੈ। ਉਸ ਤੋਂ ਬਾਅਦ ਇਨ ਪ੍ਰੋਸਪਰਸ ਟ੍ਰੇਡਿੰਗ ਸੈਂਟਰਸ ਦ ਸਿਟੀਜ਼ਨਸ ਸਟਾਰਟਿਡ ਵੇਅਰਿੰਗ ਹੈਟਸ bedecked with feathers from cranes and swallows. ਇਹਦੇ ਵਿੱਚ ਵੀ ਦੱਸਿਆ ਹੋਇਆ ਕਿ ਪ੍ਰੋਸਪਰਸ ਟ੍ਰੇਡਿੰਗ ਸੈਂਟਰਸ ਵਿੱਚ ਕੀ ਹੁੰਦਾ ਸੀ, ਸਿਟੀਜ਼ਨਸ ਹੈ ਜਿਹੜੇ ਉਹ ਹੈਟਸ ਵੇਅਰ ਕਰਦੇ ਸੀਗੇ। ਉਸ ਤੋਂ ਬਾਅਦ ਹੈਡ ਗੀਅਰ ਹੈ ਜਿਹੜੇ ਉਹ ਸਪੈਸ਼ਲੀ ਮੈਨੂਫੈਕਚਰ ਹੁੰਦੇ ਸੀਗੇ ਇਸ ਪਰਪਸ ਲਈ ਕਿ ਫੈਦਰਸ ਉਹਨਾਂ ਦੇ ਵਿੱਚ ਫਿੱਟ ਹੋ ਜਾਣ, ਠੀਕ ਹੈ। ਉਸ ਤੋਂ ਬਾਅਦ 1573 ਵਿੱਚ dictionary was even obliged to offer words to describe people who chose not to wear them. ਡਿਕਸ਼ਨਰੀ ਵਿੱਚ ਇੱਦਾਂ ਦੇ ਵਰਡਸ ਵੀ ਯੂਜ਼ ਕੀਤੇ ਗਏ ਉਹਨਾਂ ਲੋਕਾਂ ਲਈ ਜਿਹੜੇ ਫੈਦਰਸ ਯੂਜ਼ ਨਹੀਂ ਕਰਦੇ ਸੀਗੇ, ਉਹਨਾਂ ਨੂੰ ਕਿਹਾ ਜਾਂਦਾ ਸੀ ਫੈਦਰਲੈਸ, ਅਨਫੈਦਰਡ, ਠੀਕ ਹੈ। ਮੀਨਸ ਫੈਦਰ ਦਾ ਯੂਜ਼ ਇੰਨਾ ਜ਼ਿਆਦਾ ਹੋਣਾ ਸ਼ੁਰੂ ਹੋ ਗਿਆ, ਠੀਕ ਹੈ। ਹਰ ਪਾਸੇ ਤੁਸੀਂ ਦੇਖ ਰਹੇ ਹੋ ਕੋਈ ਯੂਜ਼ ਕਰ ਰਿਹਾ, ਕੋਈ ਯੂਜ਼ ਕਰ ਰਿਹਾ, ਕੋਈ ਕਿਸੇ ਲਈ ਯੂਜ਼ ਕਰ ਰਿਹਾ। ਹੈਡ ਗੀਅਰ ਆ ਉਹਦਾ ਸਪੈਸ਼ਲ ਮੈਨੂਫੈਕਚਰ ਇਸ ਕਰਕੇ ਹੋ ਰਿਹਾ ਤਾਂ ਕਿ ਫੈਦਰਸ ਫਿੱਟ ਕੀਤੇ ਜਾਣ। ਫੈਦਰ ਵਰਕਿੰਗ ਬਿਕੇਮ ਬਿਗ ਬਿਜ਼ਨਸ, ਇੱਕ ਬਿਜ਼ਨਸ ਬਣ ਗਿਆ, ਲੋਕਾਂ ਨੇ ਉਹਦੇ ਤੋਂ ਰੋਜ਼ੀ ਰੋਟੀ ਵੀ ਕਮਾਉਣੀ ਸ਼ੁਰੂ ਕਰ ਦਿੱਤੀ। ਮੀਨਸ ਇਹਦੇ ਪੂਰੇ ਵਿੱਚ ਅਸੀਂ ਕੀ ਦੇਖ ਰਹੇ ਹਾਂ ਕਿ ਫੈਦਰਸ ਦਾ ਜਿਹੜਾ ਯੂਜ਼ ਹੈ ਬਹੁਤ ਜ਼ਿਆਦਾ ਵੱਧ ਗਿਆ, ਠੀਕ ਹੈ। ਇਹੀ ਮੇਨ ਚੀਜ਼ ਹੈ ਜਿਹੜੀ ਸਾਰਾ ਸਾਨੂੰ ਦਿਖਾਈ ਦੇ ਰਹੀ ਹੈ ਕਿ ਫੈਦਰਸ ਦਾ ਯੂਜ਼ ਬਹੁਤ ਜ਼ਿਆਦਾ ਵੱਧ ਗਿਆ। ਅਸੀਂ ਲਿਸਟ ਆਫ ਹੈਡਿੰਗਸ ਵਿੱਚ ਇੱਕ ਹੋਰ ਗੱਲ ਕਰਨੀ ਹੈ, ਜਿੱਦਾਂ ਜਿੱਦਾਂ ਸਾਡੀ ਹੈਡਿੰਗ ਨਿਕਲਦੀ ਜਾਏਗੀ ਅਸੀਂ ਕ੍ਰਾਸ ਕਰਦੇ ਜਾਵਾਂਗੇ ਤਾਂ ਕਿ ਬਾਕੀ ਹੈਡਿੰਗਸ ਵਿੱਚ ਸਾਨੂੰ ਸਿਲੈਕਸ਼ਨ ਥੋੜ੍ਹੀ ਜਿਹੀ ਸੌਖੀ ਹੋ ਜਾਵੇ, ਠੀਕ ਹੈ। ਹੁਣ ਫਿਰ ਅਸੀਂ ਪੜ੍ਹਦੇ ਹਾਂ ਲਿੰਕ ਹੈ ਫੈਦਰਸ ਦੇ ਵਾਈਡਰ ਇੰਟਰਨੈਸ਼ਨਲ ਅਵੇਅਰਨੈਸ। ਫਿਰ ਇੰਟਰਨੈਸ਼ਨਲ ਦੀ ਕੋਈ ਗੱਲ ਨਹੀਂ ਹੋਈ, ਠੀਕ ਹੈ। ਅਨਸੂਟੇਬਲ ਡੈਕੋਰੇਸ਼ਨ ਤਾਂ ਹੈ ਹੀ ਨਹੀਂ ਹੈ, ਉਹ ਤਾਂ ਬਹੁਤ ਜ਼ਿਆਦਾ ਵੱਧ ਰਿਹਾ ਸੀਗਾ ਉਹਦਾ ਫੈਦਰਸ ਦਾ ਯੂਜ਼, ਠੀਕ ਹੈ, ਵੱਧ ਰਿਹਾ ਸੀ। ਇੱਥੇ ਆ ਗਿਆ ਸਿਗਨੀਫੀਕੈਂਟ ਰਾਈਜ਼ ਇਨ ਦਾ ਪੋਪੂਲੈਰਿਟੀ ਆਫ ਫੈਦਰਸ, ਕਿ ਫੈਦਰਸ ਦੀ ਪੋਪੂਲੈਰਿਟੀ ਵਿੱਚ ਬਹੁਤ ਜ਼ਿਆਦਾ ਰਾਈਜ਼ ਹੋ ਗਿਆ। ਤੇ ਥਰਡ ਆਪਸ਼ਨ ਇਜ਼ ਦਾ ਕਰੈਕਟ ਆਪਸ਼ਨ, ਠੀਕ ਹੈ। ਹੋਰ ਪੜ੍ਹਨ ਦੀ ਲੋੜ ਨਹੀਂ ਹੈ ਸਾਨੂੰ। ਬਰਡਸ ਦੀ ਕੋਈ ਗੱਲ ਨਹੀਂ ਕੀਤੀ ਗਈ, ਨਿਊ ਅਪਰੋਚ ਨਹੀਂ ਆਇਆ, feathers as protection ਨਹੀਂ ਆਇਆ, a reason for the continued use of by soldiers ਦੀ ਇਹਦੇ ਵਿੱਚ ਗੱਲ ਨਹੀਂ ਕੀਤੀ ਗਈ ਕੋਈ, ਠੀਕ ਹੈ। ਤੇ ਸਿਗਨੀਫੀਕੈਂਟ ਰਾਈਜ਼ ਹੋਇਆ ਫੈਦਰਸ ਦੀ ਪੋਪੂਲੈਰਿਟੀ ਵਿੱਚ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਰੀਡਿੰਗ ਵਿੱਚ ਸਾਡੇ ਕੋਲ ਟਾਈਮ ਲਿਮਿਟਿਡ ਹੁੰਦਾ ਹੈ, ਅਸੀਂ ਇੱਦਾਂ ਨਹੀਂ ਕਰ ਸਕਦੇ ਕਿ ਇੱਕ ਇੱਕ ਲਾਈਨ ਨੂੰ ਆਰਾਮ ਨਾਲ ਪੜ੍ਹੀਏ ਅਤੇ ਉਹਨੂੰ ਸਮਝੀਏ, ਇੰਨਾ ਟਾਈਮ ਨਹੀਂ ਹੁੰਦਾ ਸਾਡੇ ਕੋਲ, ਠੀਕ ਹੈ। ਅਤੇ ਪੈਰਾਗ੍ਰਾਫ ਸੀ ਮੈਂ ਥੋੜ੍ਹਾ ਫਾਸਟ ਕਰਾਂਗੀ, ਠੀਕ ਹੈ। ਉਹਦੇ ਵਿੱਚ ਮੈਂ ਬਹੁਤ ਜਲਦੀ ਜਿੱਦਾਂ ਇਹ ਲਾਈਨ ਦੇਖਿਆ, ਲਾਈਨ ਵਿੱਚ ਮੇਨ ਵਰਡ ਦੇਖ ਲਿਆ ਦ ਡਿਸਕਵਰੀ ਆਫ ਨਿਊ ਲੈਂਡਸ ਹੈ, ਠੀਕ ਹੈ। ਪ੍ਰੋਜੈਕਟ ਡਿਵੈਲਪ, ਡਿਸਕਵਰੀ ਆਫ ਨਿਊ ਲੈਂਡਸ ਸਪੈਸ਼ਲੀ ਇਨ ਸਾਊਥ ਅਮਰੀਕਾ ਆ ਗਿਆ, ਠੀਕ ਹੈ। ਉਸ ਤੋਂ ਬਾਅਦ ਯੂਰੋਪੀਅਨ, ਠੀਕ ਹੈ। ਫਿਰ ਐਗਜ਼ੋਟਿਕ ਬਰਡਸ ਬਾਰੇ ਆ ਗਈ ਗੱਲ, ਹੁਣ ਮੈਂ ਇੱਥੇ ਰੁਕ ਜਾਣਾ
क्योंकि जे तुहानूं याद होवे तां एक लिस्ट ऑफ हैडिंग है जिहदे विच बर्ड्स बारे जिक्र किया गया, ठीक है। हुण मैं पढ़ांगी बर्ड्स की लाइन कि इहदे विच की लिखिया होया बर्ड्स बारे। Compared with many of other species that early European colonists encountered, exotic birds could be captured, transported and kept with relative ease. ਆਰਾਮ ਨਾਲ ਰੱਖਿਆ ਜਾ ਸਕਦਾ ਸੀਗਾ ਐਗਜ਼ੋਟਿਕ ਬਰਡਸ ਨੂੰ, ਕੈਪਚਰ ਕੀਤਾ ਜਾਂਦਾ ਸੀਗਾ, ਟਰਾਂਸਪੋਰਟ ਕੀਤਾ ਜਾਂਦਾ ਸੀਗਾ ਤੇ ਉਹਨਾਂ ਨੂੰ ਰੱਖਿਆ ਜਾ ਸਕਦਾ ਸੀਗਾ ਆਰਾਮ ਨਾਲ। ਯੂਰਪ ਐਕਸਪੀਰੀਐਂਸਡ ਅ ਸਡਨ ਬਰਡ ਕ੍ਰੇਜ਼, ਉਹਨਾਂ ਨੇ ਇੱਕ ਸਡਨ ਬਰਡ ਕ੍ਰੇਜ਼ ਐਕਸਪੀਰੀਐਂਸ ਕੀਤਾ, ਠੀਕ ਹੈ। ਲੋਕੀ ਜਿੱਦਾਂ ਬਹੁਤ ਜ਼ਿਆਦਾ ਕ੍ਰੇਜ਼ੀ ਹੋ ਗਏ ਬਰਡਸ ਲਈ। ਐਜ਼ ਐਗਜ਼ੋਟਿਕ ਬਰਡਸ ਬਿਕੇਮ ਅ ਰੈਲੇਟਿਵਲੀ ਕਾਮਨ ਸਾਈਟ ਇਨ ਦਾ ਕੰਟੀਨੈਂਟਸ ਲਾਰਜੈਸਟ ਮਾਰਕੀਟਸ। ਕੰਟੀਨੈਂਟ ਦੇ ਲਾਰਜੈਸਟ ਮਾਰਕੀਟਸ ਵਿੱਚ ਐਗਜ਼ੋਟਿਕ ਬਰਡਸ ਦਾ ਐਗਜ਼ੋਟਿਕ ਬਰਡ ਸੀ ਜਿਹੜਾ ਉਹ ਬਰਡ ਸੀ ਉਹ ਰੈਲੇਟਿਵਲੀ ਕਾਮਨ ਸਾਈਟ ਬਣ ਗਏ, ਮਤਲਬ ਲੋਕੀ ਦੂਰੋਂ ਦੂਰੋਂ ਆ ਕੇ ਦੇਖਣ ਲੱਗ ਗਏ ਉਹਨਾਂ ਨੂੰ, ਠੀਕ ਹੈ। ਮਤਲਬ ਇੱਕ ਹੀ ਹੈ ਪੋਜ਼ਿਟਿਵ ਸਟੇਟਮੈਂਟ ਹੈ ਐਗਜ਼ੋਟਿਕ ਬਰਡਸ ਦੇ ਬਾਰੇ, ਪੋਜ਼ਿਟਿਵ ਸਟੇਟਮੈਂਟ। ਹੁਣ ਅਸੀਂ ਜੇ ਸਟੇਟਮੈਂਟ ਪੜ੍ਹੀਏ ਫੈਦਰਸ ਦੀ ਬਰਡਸ ਦੀ, ਤਾਂ ਉਹ ਕੀ ਦਿੱਤਾ ਹੋਇਆ, ਗਰੋਇੰਗ ਡਿਸਅਪਰੂਵਲ ਨੈਗੇਟਿਵ ਵਰਡ ਹੈ ਆਫ ਦ ਟ੍ਰੈਪਿੰਗ ਆਫ ਬਰਡਸ ਫॉर देयर ਫੈਦਰਸ। ਕਹਿੰਦੇ ਕਿ ਡਿਸਅਪਰੂਵਲ ਵੱਧ ਰਹੀ ਸੀ ਕਿਹਦੇ ਲਈ, ਕਿ ਬਰਡਸ ਨੂੰ ਟ੍ਰੈਪ ਨਹੀਂ ਕੀਤਾ ਜਾਣਾ ਚਾਹੀਦਾ ਉਹਨਾਂ ਦੇ ਫੈਦਰਸ ਲਈ। ਬਟ ਜੇ ਅਸੀਂ ਸੋਚਿਆ ਜਾਵੇ ਤਾਂ ਅਸੀਂ ਪਿੱਛੇ ਕੀ ਪੜ੍ਹਿਆ ਪੈਰਾਗ੍ਰਾਫ ਵਿੱਚ, ਉਹਦੇ ਵਿੱਚ ਅਸੀਂ ਪੋਜ਼ਿਟਿਵ ਸਟੇਟਮੈਂਟ ਪੜ੍ਹੀ, ਠੀਕ ਹੈ। ਪੋਜ਼ਿਟਿਵ ਸਟੇਟਮੈਂਟ ਪੜ੍ਹੀ ਕਿ ਬਰਡਸ ਨੂੰ ਕੈਪਚਰ ਕੀਤਾ ਜਾ ਸਕਦਾ ਸੀਗਾ ਬੜੇ ਆਰਾਮ ਨਾਲ ਤੇ ਸਾਰੇ ਲੋਕੀ ਆ ਕੇ ਦੇਖ ਰਹੇ ਸੀਗੇ। ਉਹ ਇੱਕ ਵਰਥ ਸੀਇੰਗ ਸੀ, ਮਤਲਬ ਉਹ ਆਈ ਕੈਚਿੰਗ ਬਣ ਗਿਆ ਸੀਗਾ ਸਾਰੇ ਲੋਕਾਂ ਲਈ, ਠੀਕ ਹੈ, ਜਿਹੜੇ ਬਰਡ ਸੀਗੇ, ਠੀਕ ਹੈ। ਤੇ ਪੋਜ਼ਿਟਿਵ ਸੀਗਾ, ਇਹਦੇ ਵਿੱਚ ਨੈਗੇਟਿਵ ਹੈ ਤਾਂ ਮਤਲਬ ਬਰਡਸ ਦੇ ਨਾਲ ਉਹ ਮੈਚ ਨਹੀਂ ਕਰਦਾ, ਬਰਡਸ ਨਾਲ ਮੈਚ ਨਹੀਂ ਕਰਦਾ ਤਾਂ ਫਿਰ ਅਸੀਂ ਕੀ ਕਰਾਂਗੇ, ਅਸੀਂ ਇਹਨੂੰ ਫॉर द ਟਾਈਮ ਬੀਇੰਗ ਇਹਨੂੰ ਅਸੀਂ ਕ੍ਰਾਸ ਕਰ ਦੇਵਾਂਗੇ। ਤੇ ਇਸ ਗੱਲ ਦਾ ਯਾਦ ਰੱਖਾਂਗੇ ਕਿ ਜੇ ਕਿਸੇ ਪੈਰਾਗ੍ਰਾਫ ਵਿੱਚ ਬਰਡਸ ਬਾਰੇ ਗੱਲ ਹੋਈ ਤਾਂ ਫਿਰ ਇੱਕ ਵਾਰੀ ਫਿਰ ਪੜ੍ਹ ਲਵਾਂਗੇ, ਬਟ ਥੋੜ੍ਹੇ ਟਾਈਮ ਲਈ ਅਸੀਂ ਇਹਨੂੰ ਡਿਲੀਟ ਕਰ ਸਕਦੇ ਹਾਂ ਕਿ ਵੀ ਬਰਡਸ ਬਾਰੇ ਹੈ ਤਾਂ ਹੈ ਸਟੇਟਮੈਂਟ ਵਿੱਚ, ਬਟ ਬਰਡਸ ਬਾਰੇ ਆਪੋਜ਼ਿਟ ਸਟੇਟਮੈਂਟ ਹੈ ਪੈਰਾਗ੍ਰਾਫ ਵਿੱਚ। ਇਸ ਕਰਕੇ ਹੋ ਸਕਦਾ ਹੈ ਇਹ ਲਿਸਟ ਆਫ ਹੈਡਿੰਗ ਕਿਸੇ ਪੈਰਾਗ੍ਰਾਫ ਦੀ ਹੋਵੇ ਹੀ ਨਾ, ਠੀਕ ਹੈ। ਇਸ ਕਰਕੇ ਇਹਨੂੰ ਅਸੀਂ ਆਊਟ ਕਰ ਦਿੱਤਾ ਤਾਂ ਕਿ ਸਾਨੂੰ ਬਾਕੀ ਲਿਸਟ ਆਫ ਹੈਡਿੰਗਸ ਵਿੱਚ ਹੈਡਿੰਗ ਲੱਭਣੀ ਸੌਖੀ ਹੋ ਜਾਵੇ। ਸੇਮ ਪੈਰਾਗ੍ਰਾਫ, ਲਿੰਕ ਵਿਥ ਨਿਊ ਟੈਰੀਟਰੀਜ਼ ਐਂਡ ਕਨਕੁਐਸਟ, ਰਾਈਟ। ਫਿਰ ਐਗਜ਼ਾਮਪਲ ਦਿੱਤੀ ਹੋਈ ਹੈ ਉਹਨਾਂ ਨੇ, ਡਿਊਕ ਫਰੈਡਰਿਕ ਕੋਰਟ ਵਿੱਚ ਗਿਆ, ਉਹਨੇ ਪਰਸਨਲੀ ਰਿਪਰੈਜ਼ੈਂਟ ਕੀਤਾ, personally appeared wearing a costume covered in exotic bird feathers and representing the Americas। ਉਹਨੇ ਅਮਰੀਕਾਜ਼ ਨੂੰ ਰਿਪਰੈਜ਼ੈਂਟ ਕੀਤਾ ਕਿਸ ਤਰੀਕੇ ਨਾਲ, ਉਹਨੇ ਕਾਸਟਿਊਮ ਇੱਦਾਂ ਦਾ ਪਾਇਆ ਜਿਹੜਾ ਕਿ ਐਗਜ਼ੋਟਿਕ ਫੇਅਰਸ ਨਾਲ ਕਵਰਡ ਸੀ, ਠੀਕ ਹੈ। ਤੇ ਉਹਨੇ ਰਿਪਰੈਜ਼ੈਂਟ ਕੀਤਾ। ਦਿਸ ਵਾਜ਼ ਨਾਟ ਜਸਟ ਅ ਸਿੰਬਲ ਆ ਗਿਆ। ਸਿੰਬਲ ਸਾਡੇ ਪਿੱਛੇ ਸਟੇਟਮੈਂਟ ਹੈ, ਇੱਕ ਹੈਡਿੰਗ ਹੈ ਜਿਹਦੇ ਵਿੱਚ ਸਿੰਬਲ ਯੂਜ਼ ਕੀਤਾ ਗਿਆ ਵਰਡ, ਠੀਕ ਹੈ। ਹੁਣ ਅਸੀਂ ਇੱਥੇ ਪੜ੍ਹਾਂਗੇ ਚੰਗੀ ਤਰ੍ਹਾਂ ਨਾਲ ਕਿ ਇਹ ਸਿੰਬਲ ਕਿਸ ਚੀਜ਼ ਦਾ ਹੈ, ਪਾਵਰ ਦਾ ਹੈ ਤੇ ਨਾਲ ਕਲਚਰਲ ਕਨੈਕਟਿਡਨੈਸ ਦਾ ਹੈ। ਦੋ ਚੀਜ਼ਾਂ ਦਾ ਸਿੰਬਲ ਹੈ, ਪਾਵਰ ਐਂਡ ਕਲਚਰਲ ਕਨੈਕਟਿਡਨੈਸ। ਹੁਣ ਅਸੀਂ ਹੈਡਿੰਗ ਦੇਖਾਂਗੇ, ਹੁਣ ਅਸੀਂ ਸਿੰਬਲ ਵਾਲੀ ਹੈਡਿੰਗ ਦੇਖਾਂਗੇ। ਸਿੰਬਲ ਕਿਸ ਚੀਜ਼ ਦਾ ਹੈ, ਸਫਿਸਟੀਕੇਸ਼ਨ ਦਾ। ਪਿੱਛੇ ਕੀ ਹੈ, ਪਾਵਰ ਦਾ ਤੇ ਕਲਚਰਲ ਕਨੈਕਟਿਡਨੈਸ ਦਾ। ਇੱਥੇ ਪ੍ਰੋਟੈਕਸ਼ਨ ਦਾ ਹੈ ਤੇ ਸਫਿਸਟੀਕੇਸ਼ਨ ਦਾ, ਮਤਲਬ ਇਹ ਵੀ ਸਾਡੀ ਆਊਟ ਹੋ ਗਈ। ਤੇ ਅਸੀਂ ਕਿਸੇ ਹੋਰ ਪੈਰਾਗ੍ਰਾਫ ਵਿੱਚ ਦੇਖ ਲਵਾਂਗੇ ਕਿ ਸਿੰਬਲ ਦੇ ਬਾਰੇ ਗੱਲ ਕੀਤੀ ਹੈ ਕਿ ਫੈਦਰਸ ਨੂੰ ਐਜ਼ ਅ ਸਿੰਬਲ ਲਿਆ ਗਿਆ ਹੈ, ਕਿਤੇ ਕਿਸੇ ਹੋਰ ਪੈਰਾਗ੍ਰਾਫ ਵਿੱਚ ਵੀ ਦੇਖ ਲਵਾਂਗੇ। ਜੇ ਲਿਆ ਗਿਆ ਤੇ ਉੱਥੇ ਫਿਰ ਤੋਂ ਅਸੀਂ ਇਹਦੇ ਨਾਲ ਕਰਾਂਗੇ, ਰਿਜ਼ੈਂਬਲ ਕਰਾਂਗੇ, ਦੇਖਾਂਗੇ ਕਿ ਹੁੰਦਾ ਹੈ ਕਿ ਨਹੀਂ, ਠੀਕ ਹੈ। ਤੇ ਫॉर द ਟਾਈਮ ਬੀਇੰਗ ਇਹਨੂੰ ਅਸੀਂ ਡਿਲੀਟ ਕਰ ਦੇਣਾ, ਠੀਕ ਹੈ ਜੀ। ਹੁਣ ਬਾਕੀ ਦੀਆਂ ਜਿਹੜੀਆਂ ਲਿਸਟ ਆਫ ਹੈਡਿੰਗਸ ਆ ਇੱਕ ਵਾਰੀ ਅਸੀਂ ਪੜ੍ਹ ਲੈਂਦੇ ਹਾਂ। ਅ ਰੀਜ਼ਨ ਫॉर द ਕੰਟੀਨਿਊਡ ਯੂਜ਼ ਆਫ ਫੈਦਰਸ, ਮਤਲਬ ਇੱਥੇ ਕੰਟੀਨਿਊਟੀ ਹੈ, ਮਤਲਬ ਇੱਕ ਚੀਜ਼ ਬੰਦ ਹੋਈ ਹੈ ਬਟ ਇੱਕ ਚੀਜ਼ ਕੰਟੀਨਿਊਡ ਰਹੀ ਹੈ, ਠੀਕ ਹੈ। ਕਿਹੜੀ ਕੰਟੀਨਿਊ ਰਹੀ ਹੈ, ਸੋਲਡੀਅਰਸ ਰਾਹੀਂ ਫੈਦਰਸ ਦਾ ਯੂਜ਼ ਹੈ ਜਿਹੜਾ ਉਹ ਕੰਟੀਨਿਊਡ ਰਿਹਾ ਹੈ, ਠੀਕ ਹੈ। ਇੱਥੇ ਨਿਊ ਅਪਰੋਚ ਆਈ ਹੈ ਟੂ ਰੀਸਰਚਿੰਗ ਦਾ ਪਾਸਟ, ਠੀਕ ਹੈ। ਉਸ ਤੋਂ ਬਾਅਦ ਇੱਧਰ ਹੈ ਅਨਯੂਜੂਅਲ ਡੈਕੋਰੇਸ਼ਨ ਹੈ, ਠੀਕ ਹੈ। The link between feathers and a wider international awareness. International word is important word. International awareness ਹੋਈ ਹੈ, ਠੀਕ ਹੈ। ਤਾਂ ਲਿੰਕ ਕਿਹਦੇ ਵਿੱਚ ਹੈ, ਫੈਦਰਸ ਵਿੱਚ ਤੇ ਵਾਈਡਰ ਇੰਟਰਨੈਸ਼ਨਲ ਅਵੇਅਰਨੈਸ ਵਿੱਚ, ਠੀਕ ਹੈ। ਇਹ ਹੋ ਗਈਆਂ ਸਾਡੀਆਂ ਜਿਹੜੀਆਂ ਰਹਿੰਦੀਆਂ ਹੋਈਆਂ ਹੈਡਿੰਗਸ ਹੈ 1 2 3 ਐਂਡ 4। ਹੁਣ ਪੈਰਾਗ੍ਰਾਫ ਸੀ ਨੂੰ ਦੁਬਾਰਾ ਤੋਂ ਅਸੀਂ ਰੀਡ ਕਰਨ ਦੀ ਕੋਸ਼ਿਸ਼ ਕਰਾਂਗੇ, ਦੁਬਾਰਾ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੀ ਲਿਸਟ ਆਫ ਹੈਡਿੰਗ ਇਹਦੇ ਨਾਲ ਮੈਚ ਕਰ ਸਕਦੀ ਹੈ। ਦੇਖੋ ਸਾਊਥ ਅਮਰੀਕਾ ਆਇਆ, ਠੀਕ ਹੈ। ਡਿਸਕਵਰੀ ਆਫ ਨਿਊ ਲੈਂਡਸ ਆਇਆ, ਯੂਰਪ ਆਇਆ, ਠੀਕ ਹੈ ਜੀ। ਉਸ ਤੋਂ ਬਾਅਦ ਅੱਗੇ ਆ ਜਾਓ, ਫਿਰ ਸਾਡਾ ਆਇਆ
अमेरिकाज आया, ठीक है। फिर साडा इंटरनेशनल वर्ड की जगह सिनोनिम आ गया ग्लोबल, राइट। कितने सारे वर्ड्स हो गए, बहुत सारे वर्ड्स हो गए, मतलब सारे पासे सारे कंट्रीज़ वाले घूम रहे है ना, अलग अलग कंट्रीज़ के बारे मैंशन किया जा रहा, राइट। और फैदर्स की गल तो हो ही रही है, राइट। तो फिर एम्ब्रेसिंग द ग्लोबल इन अंडुची दैट वॉज क्वाइट इंसुलर एंड टेरिटोरियल, ठीक है। द मैसेज सीम्स टू बी दैट ही वॉज एम्ब्रेसिंग द ग्लोबल, एम्ब्रेसिंग हु वॉज ही, ड्यूक, राइट। ही वॉज एम्ब्रेसिंग द ग्लोबल, ठीक है। इंटरनेशनल ਨੂੰ एम्ब्रेस कर रहा ਸੀਗਾ, इंटरनेशनली दिखा रहा ਸੀਗਾ, मतलब फैदर्स की गल हो रही है, ठीक है ना। उन्हें इदां दे कॉस्ट्यूम पाए ਜਿਹੜੇ कि एग्जॉटिक फैदर्स ਨਾਲ कवर्ड ਸੀ, ठीक है। ਤੇ ਉਹ ਕਿਹਨੂੰ ਰਿਪਰੈਜ਼ੈਂਟ ਕਰ ਰਿਹਾ ਸੀਗਾ, he was representing the Americas and he was embracing the global in a duty that was quite insular and territorial, ठीक है। इंटरनेशनल, राइट। लिंक हो गया ना, इंटरनेशनल लिंक हो गया, किहदे नाल हो गया, फैदर्स दे नाल, ठीक है। ग्लोबल वर्ड क्या हो गया, इंटरनेशनल का सिनोनिम, ठीक है। जो ग्लोबल वर्ड नहीं भी देखा गया, वैसे तो इदां दे सिनोनिम्स तुहानूं देखने आने चाहिए हैं, जो तुसीं रीडिंग च बहुत वधिया बैंड्स लैने चाहते हैं तो, ठीक है। तो ग्लोबल जे तुहाडा सिनोनिम आ गया, ठीक है। बाई चांस तुसीं नहीं देखा तो तुसीं देखो ना, अलग अलग कंट्रीज दिते हुए हैं, ठीक है, ओके। वो देखो पूरे पैराग्राफ विच किते कुछ दिता, किते कुछ दिता होया, ठीक है। सो आउट ऑफ 4 इन्हां 4 विच किहड़ी राइट ऑप्शन होएगी, ये वाली, द लिंक बिटवीन फैदर्स एंड अ वाइडर इंटरनेशनल अवेयरनेस, ठीक है। ये वाली साडी हो गई, ठीक है जी। ये ऑप्शन की है सी पैराग्राफ दी, फर्स्ट ऑप्शन। पैराग्राफ डी, नॉर वर फैदर्स वॉर्न बाय द पावरफुल अलोन, सिर्फ पावरफुल ही नहीं पाते सीगे फैदर्स, यूज़ करते सीगे, बट ये एलाइट फैशन समझा जाता सीगा फैदर्स ਨੂੰ यूज़ करना, ठीक है। हैल्थ की गल की गई है कि वेयरर है जिहड़ा वो सेफ रहिंदा सीगा बैड एयर तो, जदों इदां दी हैट्स पांदा सीगा जिहड़े कि फैदर्स दी बने होण, ठीक है। उस तो बाद एग्जाम्पल दी गई है कि एलियनर ने इदां दी हैट्स उन्हां कोल सी जिहड़ियां कि पीकॉक फैदर्स दियां बनियां होईयां सीगियां, ते वो फैदर्स पीकॉक फैदर्स दियां बनियां होण करके उहनूं रेन विच ड्राई रखती सी, ठीक है। फिर मतलब हेल्थ के नाल कनैक्टेड हो गया। ग्रैजुअली फैदर्स केम टू इंडिकेट करना क्या हुंदा आ, सिंबलाइज करना। हुण उही गल आ जांदी आ तुहाडे सिनोनिम, ठीक है। पीछे सिंबल है ना, एक लिस्ट ऑफ हेडिंग विच सिंबल वर्ड है, सिंबलाइज करना मतलब इंडिकेट करना, ठीक है। तो मतलब फैदर्स है जिहड़ा वो किस चीज़ का इंडिकेट कर रहा है, किस चीज़ का सिंबल है, दैट द वेयरर वॉज हैल्दी एंड सिविलाइज्ड, कि वेयरर हैल्दी है तो सिविलाइज्ड है, ठीक है। दो चीज़ों हैल्थ के नाल रिलेटेड तो सिविलाइज्ड, ठीक है, सिविलाइजेशन नाल रिलेटेड, दो चीज़ों नाल रिलेटेड है, दो चीज़ों नाल इंडिकेट कर रहा, सिंबलाइज कर रहा फैदर्स। हुण असीं देखिए फैदर्स एज प्रोटेक्शन हो गया, हेल्थ दी है ना, उत्थों दी प्रोटेक्शन फ्रॉम रेन, प्रोटेक्शन फ्रॉम बैड एयर, ठीक है ना। मतलब कि हेल्थी रहता है, हेल्थ बारे गल की गई है बार बार, ठीक है। प्रोटेक्शन दी सिंबल है तो किहदा है, सोफिस्टिकेशन दा, राइट। सोफिस्टिकेट वर्ड यूज़ किया होया, सोफिस्टिकेटेड आ गया, राइट ऑप्शन दिस वन, राइट। पैराग्राफ ई, as with most fads this enthusiasm eventually wore off, ठीक है। by the mid 17th century feathers were out of style हो गए, with one striking exception, but एक जगह out of style नहीं हुए, किहड़े ये essential part बने रहे मिलिट्री कॉस्ट्यूम दे, remained essential part of military costume। जे तुसी लिस्ट ऑफ हेडिंग्स तुहानूं याद होणगियां तो तुहानूं पता चल गया होएगा कि किहड़ी लिस्ट ऑफ हेडिंग नाल मैच कर रही है ये लाइन, ठीक है। मतलब आउट ऑफ स्टाइल हो गए फैदर्स, बट सिर्फ मिलिट्री कॉस्ट्यूम विच ये एक जरूरी हिस्सा बन के रहे, ठीक है। सो ये वाली लिस्ट ऑफ हेडिंग पढ़िए, अ रीजन फॉर द कंटिन्यूड यूज़ ऑफ फैदर्स बाय सोल्जर्स, मिलिट्री हो गया, ਉਹਦੇ ਵਿੱਚ कंटिन्यूड यूज़ रहा, राइट। बाकी आउट ऑफ फैशन हो गया फैदर्स का, आउट ऑफ फैशन। हाँ रीज़न है जो अगे पैराग्राफ असी आएगा, पढ़िया नहीं असी, पहला ही असी हैडिंग पढ़ ली पैराग्राफ की लाइन्स, फस्ट लाइन्स पढ़ लिया। ऑबवियस है कि रीडिंग का ये एक पैटर्न होंदा है कि पहली लाइन पॉइंट, उस तो बाद उन्होंने एक्सप्लेन, उस तो बाद उन्होंने सम अप, ठीक है। ये हर पैराग्राफ का लिखण का एक फॉर्मेट है, ठीक है। और सेम फॉर्मेट राइटिंग विच भी मंगते आइल्स विच, ठीक है, कि फस्ट लाइन फस्ट पॉइंट,
ਉਸ ਤੋਂ ਬਾਅਦ ਉਹਨੂੰ ਐਕਸਪਲੇਨ ਔਰ ਉਸ ਤੋਂ ਬਾਅਦ ਉਹਨੂੰ ਸਮ ਅਪ, ਠੀਕ ਹੈ। ਤੇ ਆਬਵੀਅਸਲੀ ਪਹਿਲੀ ਲਾਈਨ ਵਿੱਚ ਜਦੋਂ ਪੁਆਇੰਟ ਆ ਗਿਆ ਤਾਂ ਉਹਦਾ ਰੀਜ਼ਨ ਦਿੱਤਾ ਜਾਏਗਾ, ਠੀਕ ਹੈ। ਸੋ ਦਿਸ ਇਜ਼ ਦਾ ਕਰੈਕਟ ਆਪਸ਼ਨ। ਬਾਕੀ ਥੋੜਾ ਦਿਲ ਕੀਤਾ ਤਾਂ ਤੁਸੀਂ ਇਹ ਪੈਰਾਗ੍ਰਾਫ ਦਾ ਇਹ ਵਾਲੇ ਪੋਰਸ਼ਨ ਪੜ੍ਹ ਸਕਦੇ ਆ ਆਪਣੇ ਆਪ, ਠੀਕ ਹੈ। ਉਹਦੇ ਵਿੱਚ ਤੁਹਾਨੂੰ ਰੀਜ਼ਨ ਪਤਾ ਚੱਲ ਜਾਏਗਾ ਕਿ ਤੁਹਾਨੂੰ ਇਹ ਰੀਜ਼ਨ ਦਿੱਤਾ ਗਿਆ ਹੈ ਇਸ ਪੁਆਇੰਟ ਦਾ, ਠੀਕ ਹੈ। ਤੁਸੀਂ ਪੜ੍ਹ ਸਕਦੇ ਹੋ, ਓਕੇ। ਉਸ ਤੋਂ ਬਾਅਦ ਐਫ ਪੈਰਾਗ੍ਰਾਫ, ਲਾਸਟ ਪੈਰਾਗ੍ਰਾਫ। ਇਨ ਟਾਈਮ ਹਰ ਰਿਸਰਚ ਦੀ ਗੱਲ ਕੀਤੀ ਗਈ ਹੈ ਵੀ ਇੱਥੇ, ਠੀਕ ਹੈ। ਉਹਦੀ ਰਿਸਰਚ ਹੈ may therefore reveal attention about the ongoing use of feathers in this unlikely context, ठीक है। But as she also knows she is perhaps the first historian to have spotted the, ਉਹਨੂੰ ਪਤਾ ਹੈ ਕਿ ਉਹ ਪਹਿਲੀ ਹਿਸਟੋਰੀਅਨ ਹੈ ਜਿਹਨੇ ਕਿ ਕਿਊਰੀਅਸ ਇਮੋਸ਼ਨਲ ਰੈਜ਼ੋਨੈਂਸ ਦੇਖੀ ਹੈ ਫੈਦਰਸ ਦੀ, ਕਿੱਥੇ? ਮਿਲਟਰੀ ਫੈਸ਼ਨ ਵਿੱਚ, ਠੀਕ ਹੈ। ਮਤਲਬ ਕਿਊਰਿਓਸਿਟੀ ਕਿੱਥੇ ਹੁੰਦੀ ਹੈ? ਜਿੱਥੇ ਪੋਜ਼ਿਟਿਵ ਵਰਡ ਹੋਵੇ, ਪੋਜ਼ਿਟਿਵ ਵਰਡ ਹੈ ਨਾ, ਕਿਊਰਿਓਸਿਟੀ ਇਜ਼ ਅ ਪੋਜ਼ਿਟਿਵ ਵਰਡ, ਰਾਈਟ। ਉਹਨੇ ਕਿਊਰੀਅਸ ਇਮੋਸ਼ਨਲ ਰੈਜ਼ੋਨੈਂਸ ਫੈਦਰਸ ਦੀ ਮਿਲਟਰੀ ਫੈਸ਼ਨ ਵਿੱਚ ਦੇਖੀ ਹੈ, ਠੀਕ ਹੈ। ਤੇ ਸ਼ੀ ਇਜ਼ ਦਾ ਫਸਟ ਹਿਸਟੋਰੀਅਨ, ਠੀਕ ਹੈ। ਰਿਸਰਚ ਦੀ ਵੀ ਗੱਲ ਕੀਤੀ ਗਈ ਹੈ। ਉਸ ਤੋਂ ਬਾਅਦ ਹਿਸਟੋਰੀਅਨਸ ਨਾਓ ਚਾਰਟ ਦਾ ਵੇਜ਼ ਇਨ ਵਿੱਚ, ਇੰਨਾ ਪੜ੍ਹਨ ਦੀ ਲੋੜ ਨਹੀਂ ਹੈਗੀ ਸਾਨੂੰ, ਮੈਂ ਵੀ ਪੜ੍ਹ ਰਹੀ ਹਾਂ ਤੁਹਾਡੇ ਲਈ, ਠੀਕ ਹੈ। ਤੇ ਅਸੀਂ ਲਿਸਟ ਆਫ ਹੈਡਿੰਗਸ ਵਿੱਚ ਚਲੇ ਜਾਈਏ ਬਜਾਏ ਦੇ ਕਿ ਇੰਨਾ ਸਭ ਕੁਝ ਪੜ੍ਹੀਏ ਅਸੀਂ, ਠੀਕ ਹੈ। ਹੁਣ ਸਾਡੀ ਜਿਹੜੀ ਆਪਸ਼ਨ ਰਹਿ ਗਈ ਐਨ ਅਨਸੂਟੇਬਲ ਡੈਕੋਰੇਸ਼ਨ ਫॉर ਮਿਲਟਰੀ ਪਰਪਸਿਸ, ਆਇਆ ਤਾਂ ਹੈ ਉੱਥੇ ਮਿਲਟਰੀ ਬਾਰੇ, ਠੀਕ ਹੈ। ਬਟ ਕਿਊਰਿਓਸਿਟੀ ਆਈ ਹੈ, ਠੀਕ ਹੈ। ਕਿਊਰੀਅਸ ਇਮੋਸ਼ਨਲ ਰੈਜ਼ੋਨੈਂਸ ਆਫ feathers with military, right? military costumes, ਇਸ ਕਰਕੇ ਇਹ ਵਾਲੀ ਆਪਸ਼ਨ ਸਾਡੀ ਨਹੀਂ ਹੋਏਗੀ ਬਿਕੋਜ਼ ਇਟਸ ਅਨਸੂਟੇਬਲ ਨੈਗੇਟਿਵ ਵਰਡ ਹੈ। ਰਹਿ ਕਿਹੜੀ ਗਈ ਫਿਰ ਸਾਡੀ? ਸਿਰਫ ਇਹ ਵਾਲੀ, ਓਨਲੀ ਦਿਸ ਵਨ ਇਜ਼ ਲੈਫਟ, ਠੀਕ ਹੈ। ਜੇ ਤੁਹਾਨੂੰ ਯਾਦ ਹੋਏਗਾ ਸਿੰਬਲ ਦੀ ਤਾਂ ਅਸੀਂ ਆਪਸ਼ਨ ਵਿੱਚ ਕਰ ਲਈ ਸੀ ਰਿਪੀਟ। ਬਰਡਸ ਹੈ ਜਿਹੜਾ ਉਹ ਅਸੀਂ ਛੱਡਿਆ ਸੀਗਾ, ਜੇ ਬਰਡਸ ਕਿਤੇ ਆ ਗਿਆ ਤੇ ਬਰਡਸ ਆਇਆ ਹੈ ਇੱਕ ਪੈਰਾਗ੍ਰਾਫ ਵਿੱਚ ਆਇਆ ਹੈ, ਬਟ ਮੈਂ ਵੈਸੇ ਹੀ ਰੀਡ ਨਹੀਂ ਕੀਤਾ। ਇਹ ਤੁਹਾਡੇ ਪਿਛਲੇ ਪੈਰਾਗ੍ਰਾਫ ਵਿੱਚ, ਪੈਰਾਗ੍ਰਾਫ ਈ ਵਿੱਚ ਤੁਸੀਂ ਦੇਖੋਗੇ। ਪੈਰਾਗ੍ਰਾਫ ਜਦੋਂ ਈ ਤੁਸੀਂ ਪੂਰਾ ਪੜ੍ਹੋਗੇ ਤਾਂ ਉਹਦੇ ਵਿੱਚ ਦੇਖਿਓ ਜਦੋਂ ਬਰਡਸ ਆਉਂਦਾ ਤੇ ਬਰਡਸ ਦੇ ਬਾਰੇ ਕੀ ਲਿਖਿਆ ਹੋਇਆ, ਉਹ ਜੋ ਵੀ ਲਿਖਿਆ ਹੋਇਆ ਉਹਦੀ ਆਪੋਜ਼ਿਟ ਸਟੇਟਮੈਂਟ ਹੈ ਇਹ, ਠੀਕ ਹੈ। ਤੇ ਬਸ ਇੱਕ ਸਟੇਟਮੈਂਟ ਸਾਡਾ ਇੱਕ ਹੈਡਿੰਗ ਰਹਿ ਗਈ ਹੈ, ਅ ਨਿਊ ਅਪਰੋਚ ਟੂ ਰਿਸਰਚਿੰਗ ਦ ਪਾਸਟ, ਠੀਕ ਹੈ। ਅ ਨਿਊ ਅਪਰੋਚ ਟੂ ਰਿਸਰਚਿੰਗ, ਅਬ ਰਿਸਰਚ ਵਰਡ ਵੀ ਆ ਗਿਆ। ਨਿਊ ਅਪਰੋਚ ਹੈ ਜਿਹੜਾ ਇਸ ਪੈਰਾਗ੍ਰਾਫ ਵਿੱਚ, ਜਿਹੜਾ ਪੈਰਾਗ੍ਰਾਫ ਈ ਹੈ ਉਹਦੀ ਲਾਸਟ ਲਾਈਨ ਹੈ, ਉਹਦੀ ਲਾਸਟ ਲਾਈਨ ਵਿੱਚ ਨਿਊ ਅਪਰੋਚ ਬਾਰੇ ਦੱਸਿਆ ਗਿਆ। ਐਗਜ਼ੈਕਟ ਵਰਡ ਤਾਂ ਨਹੀਂ ਦੱਸਿਆ ਹੋਇਆ ਬਟ ਵੈਸੇ ਦੱਸਿਆ ਹੋਇਆ ਉਹਨਾਂ ਨੇ, ਠੀਕ ਹੈ। ਅਸੀਂ ਇੰਨਾ, ਸਾਡੇ ਕੋਲ ਟਾਈਮ ਨਹੀਂ ਹੁੰਦਾ, ਠੀਕ ਹੈ। ਇੱਕ ਤਾਂ ਆਪਸ਼ਨ ਹੈਗੀ ਆ, ਦੋ ਆਪਸ਼ਨਸ ਜੋ ਅਸੀਂ ਸਿਲੈਕਟ ਕਰਨਾ ਸੀਗਾ, ਠੀਕ ਹੈ। ਹੁਣ ਇਹ ਜਿਹੜਾ ਨੈਗੇਟਿਵ ਹੈ ਉੱਥੇ ਪੋਜ਼ਿਟਿਵ ਦਿੱਤਾ ਹੋਇਆ, ਇਸ ਕਰਕੇ ਅਸੀਂ ਆਊਟ ਕਰ ਦਿੱਤਾ। ਇੱਕ ਰਹਿ ਗਈ ਆ, ਉੱਥੇ ਅਸੀਂ ਅੱਖਾਂ ਬੰਦ ਕਰਕੇ ਆਪਸ਼ਨ ਉਹਨੂੰ ਕਰ ਦੇਣਾ, ਕਿਉਂਕਿ ਰਿਸਰਚ ਵਰਡ ਯੂਜ਼ ਕੀਤਾ ਹੀ ਹੋਇਆ, ਪਹਿਲਾਂ ਹੀ ਅਸੀਂ ਪੜ੍ਹ ਲਿਆ, ਪਹਿਲੀ ਲਾਈਨ ਵਿੱਚ ਹੀ ਪੜ੍ਹ ਲਿਆ, ਠੀਕ ਹੈ। ਇਸ ਕਰਕੇ ਦਿਸ ਇਜ਼ ਦਾ ਰਾਈਟ ਆਪਸ਼ਨ। ਆਈ ਹੋਪ ਯੂ ਹੈਵ ਗॉट understanding how to solve list of headings within a short period of time. Thank you so much.